ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਸਮਝਾਉਂਦੇ ਨੇ ਕਿ ਜਦੋਂ ਸਾਡਾ ਸੱਚ ਦੇ ਨਾਲ ਜੋ ਸਾਡਾ ਮਾਤਾ ਪਿਤਾ ਹੈ, ਜੋ ਸਾਡਾ ਸਾਰੀਆਂ ਸੁਰਤੀਆਂ ਦਾ ਪਤੀ ਪਰਮੇਸ਼ਰ ਹੈ, ਜੇ ਸਾਡਾ ਉਹਦੇ ਨਾਲ ਪਿਆਰ ਹੈ, ਸਾਡਾ ਉਹਦੇ ਨਾਲ ਨੇਹ ਹੈ, ਫਿਰ ਸਾਨੂੰ ਸਾਰੀਆਂ ਹੀ ਰੁੱਤਾਂ, ਸਾਰੇ ਦਿਨ, ਸਾਰਾ ਕੁਛ ਹੀ ਚੰਗਾ। ਉਹ ਮਾਰੇ ਕਹਿੰਦੇ ਜੀਵ ਇਸਤਰੀ ਜਿਹਨੇ ਫਿਰ ਆਪਣੇ ਕੰਤ ਦੀ ਪਹਿਚਾਣ ਕਰ ਲਈ ਪਤੀ ਦੀ, ਉਹ ਦਿਨ ਰਾਤ ਸਦਾ ਹੀ ਆਨੰਦ ਅਵਸਥਾ ਦੇ ਵਿੱਚ ਰਹਿੰਦੀ ਹੈ। ਮਾਰੇ ਫਰਮਾਉਂਦੇ ਨੇ ਸਭੇ ਰੁਤੀ ਚੰਗੀਆਂ ਜਿਤ ਸਚੇ ਸਿਉ ਨੇਹ, ਸਾ ਧਨ ਬਈ ਉਹ ਧਨ ਜਿਹੜੀ ਜਿਹਨੇ ਆਪਦੇ ਪਤੀ ਨੂੰ ਪਹਿਚਾਣ ਲਿਆ, ਬਈ ਉਹ ਦਿਨ ਰਾਤ ਫਿਰ ਸਦਾ ਹੀ ਆਨੰਦ ਅਵਸਥਾ ਦੇ ਵਿੱਚ ਸੁਖੀ ਰਹਿੰਦੀ, ਅਤੇ ਉਹਦੇ ਵਾਸਤੇ ਸਾਰੀਆਂ ਰੁੱਤਾਂ ਹੀ ਜਿਹੜੀਆਂ ਉਹ ਭਲੀਆਂ ਨੇ, ਉਹ ਚੰਗੀਆਂ ਨੇ। ਅਤੇ ਜਦੋਂ ਸਾਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ, ਜੇ ਉਹ ਸਾਨੂੰ ਭੁੱਲਿਆ ਹੈ, ਫਿਰ ਸਾਡੇ ਦਿਨ ਜਿਹੜਾ ਉਹ ਸਾਰਾ ਦਿਨ ਵੀ ਸਾਡਾ ਵਿਅਰਥ, ਉਹ ਰੁੱਤ ਵੀ ਮਾੜੀ। ਜੇ ਸਾਨੂੰ ਮਾਲਕ ਚੇਤੇ ਨਹੀਂ, ਅਸੀਂ ਉਹਨੂੰ ਚਿਤਾਰਦੇ ਨਹੀਂ ਸਾਂ। ਮਾਰੇ ਕਹਿੰਦੇ ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭਾਵੀ ਚਿਤ, ਜਿਸ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਜੋਤ। ਬਈ ਜੇ ਸਾਨੂੰ ਮਾਲਕ ਵਿਸਰੇ ਤੇ ਉਹ ਰੁੱਤ ਮਾੜੀ, ਉਹ ਦਿਨ ਮਾੜਾ। ਜੇ ਸਾਨੂੰ ਮਾਲਕ ਚੇਤੇ ਤੇ ਉਹ ਦਿਨ ਵੀ ਸੋਹਣਾ, ਉਹ ਰੁੱਤ ਵੀ ਸੋਹਣੀ,
ਉਹ ਸਾਡੇ ਵਾਸਤੇ ਸਾਰਾ ਕੁਛ ਹੀ ਸਮਾਂ ਚੰਗਾ ਹੀ ਚੰਗਾ। ਇਸ ਲਈ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਵਾਸਤੇ ਫਿਰ ਦਿਨ ਮਹੀਨੇ ਸਾਲ ਸਭ ਚੰਗੇ, ਜਿਨ੍ਹਾਂ 'ਤੇ ਮਾਲਕ ਨੇ ਨਜ਼ਰ ਕੀਤੀ, ਜਿਹੜੇ ਫਿਰ ਮਾਲਕ ਨੂੰ ਚੇਤੇ ਕਰਦੇ, ਜਿਹੜੇ ਉਹਦੀ ਬੰਦਗੀ ਕਰਦੇ। ਮਹਾਰਾਜ ਕਹਿੰਦੇ ਮਹਾਂ ਦਿਵਸ ਮੂਰਤ ਭਲੇ ਜਾ ਕੋ ਨਦਰ ਕਰੇ, ਵੀ ਉਹਨਾਂ ਵਾਸਤੇ ਸਾਰਾ ਹੀ ਭਲਾ ਹੀ ਭਲਾ ਹੈ। ਸਮਾਂ ਦਿਨ ਰੁੱਤ ਸਾਰਾ ਕੁਛ ਹੀ ਚੰਗਾ। ਤੇ ਇਸ ਵਾਸਤੇ ਫਿਰ ਉਹਨਾਂ ਨੂੰ ਕੋਈ ਗੁਰਮੁਖਾਂ ਨੂੰ ਇਹ ਸ਼ਗਨ ਅਪਸ਼ਗਨ ਨਹੀਂ ਲੱਗਦਾ, ਜਿਵੇਂ ਸੰਸਾਰ 'ਚ ਜੀ ਵਹਿਮ ਕਰਦੇ ਬਈ ਆਹ ਦਿਨ ਮਾੜਾ, ਆਹ ਦਿਨ ਚੰਗਾ ਜੀ, ਆਹ ਦਿਨ ਆਹ ਕੰਮ ਨਹੀਂ ਕਰਨਾ, ਆਹ ਦਿਨ ਆਹ ਕੰਮ ਕਰਨਾ ਇਹ ਚੰਗਾ ਹੈ, ਆਹ ਦਿਨ ਕਰਾਂਗੇ ਤੇ ਮਾੜਾ ਹੈ। ਫਿਰ ਮਹਾਰਾਜ ਕਹਿੰਦੇ ਸ਼ਗਨ ਜਾਂ ਅਪਸ਼ਗਨ ਉਹਨਾਂ ਗੁਰਮੁਖਾਂ ਨੂੰ ਨਹੀਂ ਲੱਗਦਾ ਜਿਨ੍ਹਾਂ ਦੇ ਪੱਲੇ ਨਾਮ ਹੈ। ਸੱਚੇ ਪਾਤਸ਼ਾਹ ਕਹਿੰਦੇ ਸ਼ਗਨ ਅਪਸ਼ਗਨ ਤਿੰਨ ਕੋ ਲਗੇ ਹਰ ਨਾਮ ਨਾ ਜਿਨ੍ਹਾਂ ਬਾਸ। ਜਿਹੜੇ ਨਾਮ ਦੇ ਨਾਲ ਨਹੀਂ ਜੁੜੇ ਉਹ ਫਿਰ ਇਹਨਾਂ ਵਹਿਮਾਂ ਭਰਮਾਂ 'ਚ ਪੈਂਦੇ। ਉਹ ਕਹਿੰਦੇ ਵੀ ਆਹ ਰੁੱਤ ਚੰਗੀ ਹੈ, ਆਹ ਰੁੱਤ ਮਾੜੀ ਹੈ, ਆਹ ਦਿਨ ਚੰਗਾ ਹੈ, ਆਹ ਦਿਨ ਮਾੜਾ ਹੈ, ਆਹ ਸਮਾਂ ਚੰਗਾ ਹੈ, ਆਹ ਸਮੇਂ ਆਹ ਕੰਮ ਕਰ ਲਓ, ਆਹ ਸਮਾਂ ਹੁਣ ਟਾਈਮ ਮਾੜਾ ਹੈ, ਹੁਣ ਆਹ ਨਹੀਂ ਕਰਨਾ। ਉਹ ਫਿਰ ਇਸ ਤਰ੍ਹਾਂ ਵਹਿਮਾਂ ਭਰਮਾਂ 'ਚ ਪਏ ਰਹਿੰਦੇ। ਅਤੇ ਗੁਰਮੁਖਾਂ ਵਾਸਤੇ ਸਾਰਾ ਸਮਾਂ, ਸਾਰਾ ਦਿਨ, ਸਾਰੀ ਰੁੱਤ, ਦਿਨ ਮਹੂਰਤ ਸਭ ਭਲੇ ਹੀ ਭਲੇ ਉਹਨਾਂ ਵਾਸਤੇ। ਜਦੋਂ ਅਸੀਂ ਮਾਲਕ ਨੂੰ ਚੇਤੇ ਕਰਦੇ ਹਾਂ, ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜੇ ਸਾਨੂੰ ਮਾਲਕ ਚੇਤੇ ਆਉਂਦਾ ਹੈ, ਉਹ ਤਾਂਹੀਓ ਚੇਤੇ ਆਉਂਦਾ ਜੇ ਉਹਦੀ ਸਾਡੇ 'ਤੇ ਕਿਰਪਾ ਹੁੰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਤੂੰ ਚਿੱਤ ਆਵੀਂ ਤਾਂ ਤੇਰੀ ਮਾਇਆ, ਬਈ ਜੇ ਤੂੰ ਚੇਤੇ ਆਉਣਾ ਤਾਂ ਤੇਰੀ ਕਿਰਪਾ, ਤੇਰੀ ਕਿਰਪਾ ਦੁਆਰਾ ਹੀ ਤੂੰ ਚੇਤੇ ਆਉਂਦਾ। ਸੋ ਇਸ ਵਾਸਤੇ ਫਿਰ ਸਾਰੀ ਜਿਹੜੀ ਕਿਰਪਾ ਤਾਂ ਮਾਲਕ ਦੀ ਹੀ ਵਰਤਦੀ ਹੈ। ਸਮੇਂ ਸਮੇਂ ਮੁਤਾਬਕ ਉਹ ਆਪਣੇ 'ਤੇ ਹਰ ਇੱਕ ਪੱਖੋਂ ਕਿਰਪਾ ਕਰਦੇ ਹੀ ਰਹਿੰਦੇ ਨੇ। ਜਿਵੇਂ ਪਹਿਲਾਂ ਆਪਣੇ 'ਤੇ ਕਿਰਪਾ ਕੀਤੀ, ਆਪਾਂ ਨੂੰ ਇਹ ਮਾਨਸ ਦੇਹੀ ਦਿੱਤੀ ਹੈ, ਮਾਨਸ ਜਾਮਾ, ਇਹ ਮਾਲਕ ਦੀ ਕਿਰਪਾ ਹੈ। ਪਿਛਲੇ ਜਨਮਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਆਪਾਂ ਪਰਚੂਨ ਦੇ ਰੂਪ ਵਿੱਚ ਇਸ ਵਾਸਾਂ ਦਾ ਧਨ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਂਦੇ ਰਹੇ। ਉਹ ਵੀ ਮਾਲਕ ਸਾਥੋਂ ਆਪ ਹੀ ਕਰਾਉਂਦੇ ਰਹਿੰਦੇ। ਜਦੋਂ ਅਸੀਂ ਦੁਖੀ ਹੁੰਦੇ ਹਾਂ, ਮਾਲਕ ਸਾਡੇ ਸਾਹਮਣੇ ਆ ਜਾਂਦਾ। ਇਹ ਤਾਂ ਸਾਰੇ ਉਹਦੇ ਬੱਚੇ ਹੀ ਨੇ। ਜਦੋਂ ਸਾਡੇ ਸਾਹਮਣੇ ਆਉਂਦਾ, ਸਾਡੇ ਇੱਕਦਮ ਵਿਚਾਰ ਫੁਰਨੇ ਜਿਹੜੇ ਉਹ ਰੁਕ ਜਾਂਦੇ। ਜਦੋਂ ਮਾਲਕ ਸਾਡੇ ਸਾਹਮਣੇ ਹੁੰਦਾ, ਉਦੋਂ ਸਾਡੇ ਵਿਚਾਰ ਬਿਲਕੁਲ ਖਤਮ ਹੋ ਜਾਂਦੇ, ਰੁਕ ਜਾਂਦੇ। ਜਦੋਂ ਵਿਚਾਰ ਸਾਡੇ ਰੁਕ ਜਾਂਦੇ, ਉਹ ਫਿਰ ਜਿਹੜੇ ਸਾਨੂੰ ਸਵਾਸ ਆਉਂਦੇ, ਉਹ ਇਹ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਹੋ ਜਾਂਦੇ, ਖਾਲੀ ਖਲਾ ਦੇ ਵਿੱਚ। ਫਿਰ ਇਸੇ ਤਰ੍ਹਾਂ ਹੀ ਮਾਲਕ ਥੋੜ੍ਹੇ ਥੋੜ੍ਹੇ ਸਵਾਸ ਜਮ੍ਹਾਂ ਕਰਾਉਂਦਾ ਰਹਿੰਦਾ। ਫਿਰ ਉਹ ਜਿਹੜਾ ਫਿਰ ਪਰਚੂਨ ਦੇ ਰੂਪ ਵਿੱਚ ਥੋੜ੍ਹਾ ਥੋੜ੍ਹਾ ਸਾਡਾ ਧਨ ਜਮ੍ਹਾਂ ਹੁੰਦਾ, ਉਹਦੇ ਬਦਲੇ ਫਿਰ ਆਪਾਂ ਨੂੰ ਮਾਨਸ ਦੇਹੀ ਮਿਲਦੀ ਹੈ। ਮਾਰੇ ਫਰਮਾਉਂਦੇ ਪੂਰਬ ਜਨਮ ਪਰਚੂਨ ਕਮਾਈ, ਹਰ 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 ਨਾਮ ਪਿਆਰੀ। ਬਈ ਜੋ ਪੂਰਬਲੇ ਜਨਮਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਜਨਮ ਦਰ ਜਨਮ ਇਹ ਪਰਚੂਨ ਇਕੱਠਾ ਕੀਤਾ, ਉਹਦੇ ਬਦਲੇ ਫਿਰ ਸਾਨੂੰ ਮਾਲਕ ਨੇ ਕਿਰਪਾ ਕੀਤੀ ਅਤੇ ਮਾਨਸ ਦੇਹੀ ਦਿੱਤੀ। ਇਸ ਲਈ ਮਹਾਰਾਜ ਕਹਿੰਦੇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ।
ਬਈ ਤੇਰੀ ਕਿਰਪਾ ਹੋਈ ਤੇ ਸਾਨੂੰ ਇਹ ਮਾਨਸ ਦੇਹੀ ਮਿਲੀ। ਹੁਣ ਮਾਨਸ ਦੇਹੀ ਵਿੱਚ ਰਹਿੰਦੇ ਰਹਿੰਦੇ ਕਹਿੰਦੇ ਵੀ ਤੁਸੀਂ ਹੁਣ ਭਗਤੀ ਕਰ ਸਕਦੇ ਹੋ, ਕਿਉਂਕਿ ਸਿਰਫ ਇੱਕ ਮਾਨਸ ਦੇਹੀ ਹੀ ਹੈ ਜਿਹਦੇ ਵਿੱਚ ਆਪਾਂ ਨੂੰ ਇਹ ਮੌਕਾ ਵਾਰੀ ਦਿੱਤੀ ਜਾਂਦੀ ਕਿ ਹੁਣ ਅਸੀਂ ਭਗਤੀ ਕਰਕੇ ਆਪਣੇ ਮੂਲ ਦੀ ਪਹਿਚਾਣ ਕਰ ਲਈਏ ਤੇ ਮਾਲਕ ਦੇ ਵਿੱਚ ਸਦਾ ਵਾਸਤੇ ਲੀਨ ਹੋ ਜਾਈਏ। ਇਸ ਲਈ ਮਹਾਰਾਜ ਫਰਮਾਉਂਦੇ ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਇੱਕ ਨਾ ਸਤਿਗੁਰ ਮੇਲ ਸੁਖ ਦੇਵੇ, ਇੱਕ ਮਨ ਮੁਖ ਧੁੰਦ ਫਿਟਾਈ। ਇੱਕ ਤਾਂ ਹੁਣ ਆਪਣੇ ਤੇ ਮਾਲਕ ਕਿਰਪਾ ਕਰਦੇ, ਸਾਨੂੰ ਸਤ ਸੰਗਤ ਦੇ ਵਿੱਚ ਲੈ ਕੇ ਆਉਂਦੇ, ਲਿਆ ਕੇ ਬਿਠਾਲਦੇ ਤੇ ਆਪਣੇ ਮਨ ਨੂੰ ਸੁੱਖ ਦਿੰਦੇ, ਸਾਡੇ ਮਨ ਨੂੰ ਸ਼ਾਂਤੀ ਆਉਂਦੀ। ਇੱਕ ਉਹ ਜੀਵ ਨੇ ਜਿਹੜੇ ਸਾਰਾ ਸਮਾਂ ਧਾਂਦੀ ਵੱਟਦੇ ਰਹਿੰਦੇ, ਕਰਮੀ ਕੀਤੀ ਜਾਂਦੇ, ਦੁਖੀ ਹੋਈ ਜਾਂਦੇ, ਨਾਲੇ ਕਰਮ ਕੀਤੀ ਜਾਂਦੇ, ਧਾਂਦੀ ਵੱਟ ਰਹੇ, ਜਿਹੜਾ ਸਾਡੇ ਮਨ ਦੇ ਕਿਸੇ ਕੰਮ ਆਉਣ ਵਾਲਾ ਨਹੀਂ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਆਪਣੇ ਤੇ ਕਿਰਪਾ ਹੋਰ ਕਰਦੇ, ਫਿਰ ਸਾਨੂੰ ਸਤ ਸੰਗਤ ਦੇ ਵਿੱਚ ਲੈ ਕੇ ਆਉਂਦੇ। ਮਹਾਰਾਜ ਕਹਿੰਦੇ ਜਿਸ ਤੇ ਕਿਰਪਾ ਕਰੇ ਤਿਸ ਸਤ ਸੰਗਤ ਮਿਲਾਏ। ਇਹ ਜਿਹੜਾ ਕਾਰਜ ਮਾਲਕ ਆਪ ਕਰਦੇ, ਸਤ ਸੰਗਤ ਦੇ ਵਿੱਚ ਸਾਨੂੰ ਆਪ ਲੈ ਕੇ ਆਉਂਦੇ, ਸਾਡੇ ਬੰਧਨ ਕੱਟ ਕੇ ਸਾਨੂੰ ਮੁਕਤ ਕਰਕੇ ਲਿਆ ਕੇ ਬਿਠਾਉਂਦੇ। ਇਸ ਲਈ ਮਹਾਰਾਜ ਕਹਿੰਦੇ ਤੁਮਰੀ ਕਿਰਪਾ ਤੇ, ਵੀ ਤੇਰੀ ਕਿਰਪਾ ਦੇ ਨਾਲ ਫਿਰ ਇਹ ਜਿਹੜੀ ਸਤ ਸੰਗਤ ਹੈ ਇਹ ਪ੍ਰਾਪਤ ਹੁੰਦੀ ਹੈ। ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ। ਬਈ ਮਾਲਕ ਇਹ ਕਾਰਜ ਆਪ ਕਰਦੇ, ਆਪ ਨੂੰ ਲਿਆ ਕੇ ਸਤ ਸੰਗਤ 'ਚ ਬਿਠਾਉਂਦੇ। ਫਿਰ ਜਦੋਂ ਸਤ ਸੰਗਤ ਦੇ ਵਿੱਚ ਆਪ ਆ ਕੇ ਬੈਠਦੇ ਹਾਂ, ਫਿਰ ਸਾਡੇ ਤੇ ਹੋਰ ਜਦੋਂ ਪ੍ਰਸੰਨ ਹੋ ਜਾਂਦੇ, ਹੋਰ ਜ਼ਿਆਦਾ ਸਾਡੇ ਤੇ ਖੁਸ਼ ਹੋ ਜਾਂਦੇ ਤੇ ਸਾਡਾ ਸਤ ਸੰਗਤ ਦੇ ਨਾਲ ਪ੍ਰੇਮ ਪੈ ਜਾਂਦਾ। ਜਦੋਂ ਸਾਡੀ ਸਤ ਸੰਗਤ ਦੇ ਨਾਲ ਪ੍ਰੀਤ ਪੈ ਗਈ ਤੇ ਸਮਝ ਲਓ ਸਾਡੇ ਤੇ ਹੋਰ ਪ੍ਰਸੰਨ, ਸਾਡੇ ਤੇ ਹੋਰ ਖੁਸ਼ ਹੋ ਗਏ। ਮਾਰੇ ਕਹਿੰਦੇ ਜੈ ਠਾਕਰ ਪ੍ਰਸੰਨ ਭਇਓ, ਸਤ ਸੰਗਤ ਹੈ ਪਿਆਰ। ਵੀ ਜਿਨ੍ਹਾਂ ਤੇ ਪੂਰੇ ਪ੍ਰਸੰਨ ਹੁੰਦੇ ਉਹਨਾਂ ਨੂੰ ਫਿਰ ਸਤ ਸੰਗਤ ਦਾ ਪ੍ਰੇਮ ਮਿਲਦਾ। ਜਦੋਂ ਫਿਰ ਆਪਣਾ ਸਤ ਸੰਗਤ ਦੇ ਨਾਲ ਪ੍ਰੇਮ ਪੈ ਗਿਆ ਤੇ ਜਿੱਥੇ ਜੀਵ ਦਾ ਪ੍ਰੇਮ ਹੁੰਦਾ ਹੈ ਉੱਥੇ ਫਿਰ ਉਹਨੂੰ ਖਿੱਚ ਬਣੀ ਰਹਿੰਦੀ ਵੀ ਕਿਹੜਾ ਸਮਾਂ ਹੋਵੇ ਮੈਂ ਜਾਵਾਂ। ਜਿੱਥੇ ਆਪਣੀ ਪ੍ਰੀਤ ਹੁੰਦੀ ਉੱਥੇ ਆਪਾਂ ਵਾਰ-ਵਾਰ ਜਾਂਦੇ ਹਾਂ, ਉੱਥੇ ਆਪਾਂ ਵਾਰ-ਵਾਰ ਜਾ ਕੇ ਬੈਠਦੇ ਹਾਂ। ਤੇ ਇਹ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਤ ਸੰਗਤ ਦੇ ਨਾਲ ਸਾਡੀ ਪ੍ਰੀਤ ਪੈ ਗਈ ਫਿਰ ਹਰ ਸਮੇਂ ਸਾਡਾ ਜਿਹੜਾ ਧਿਆਨ ਉਹ ਇੱਧਰ ਹੀ ਰਹਿੰਦਾ, ਸਤ ਸੰਗਤ ਦੇ ਵੱਲ ਹੀ। ਵੀ ਅਸੀਂ ਵੱਧ ਤੋਂ ਵੱਧ ਸਤ ਸੰਗਤ ਕਰੀਏ, ਵੱਧ ਤੋਂ ਵੱਧ ਆਪਦੇ ਜੀਵਨ ਦਾ ਜਿਹੜਾ ਲਾਹਾ ਉਹ ਲਾਹਾ ਖੱਟੀਏ। ਤੇ ਫਿਰ ਮਹਾਰਾਜ ਦੱਸਦੇ ਵੀ ਜਦੋਂ ਇਹ ਸਾਡੀ ਪ੍ਰੀਤ ਬਣ ਗਈ ਤੇ ਫਿਰ ਜੋ ਸਤ ਸੰਗਤ 'ਚ ਆਪਾਂ ਨੂੰ ਉਪਦੇਸ਼ ਦਿੱਤਾ ਜਾਂਦਾ, ਫਿਰ ਅਸੀਂ ਉਸ ਉਪਦੇਸ਼ ਨੂੰ ਕਮਾਉਂਦੇ ਹਾਂ, ਉਸ ਨੂੰ ਅਸੀਂ ਮੰਨਦੇ। ਜਦੋਂ ਅਸੀਂ ਉਪਦੇਸ਼ ਨੂੰ ਮੰਨਾਂਗੇ, ਹਿਰਦੇ 'ਚ ਵਸਾਵਾਂਗੇ ਤੇ ਫਿਰ ਅਸੀਂ ਇਸ ਮਾਰਗ 'ਤੇ ਚੱਲਦੇ ਹੋਏ ਆਪਦੇ ਜੀਵਨ ਦਾ ਲਾਹਾ ਖੱਟਾਂਗੇ। ਸਾਰੀ ਜੋ ਗੁਰਬਾਣੀ ਗੁਰੂ ਹੈ ਇਹ ਫਿਰ ਸਾਨੂੰ ਜੋ ਵੀ ਉਪਦੇਸ਼ ਕਰਦੇ ਇਹ ਕਮਾਉਣ ਦਾ ਵਿਸ਼ਾ, ਮੰਨਣ ਦਾ ਵਿਸ਼ਾ, ਇਕੱਲਾ ਪੜ੍ਹਨ ਦਾ ਜਾਂ ਗਾਉਣ ਦਾ ਵਿਸ਼ਾ ਨਹੀਂ, ਕਮਾਉਣ ਦਾ ਵਿਸ਼ਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਗਾ ਤਾਂ ਹਰ ਕੋਈ ਲੈਂਦਾ, ਕਥਾ ਵਿਚਾਰ ਹਰ ਕੋਈ ਕਰ ਲੈਂਦਾ, ਕੋਈ ਵੀ ਕਰ ਸਕਦਾ,
ਮਨਮੁਖ ਵੀ ਕਰਦਾ। ਪਰ ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਜੋ ਕਹਿੰਦਾ ਉਸ ਨੂੰ ਉਹ ਆਪ ਹੀ ਨਹੀਂ ਮੰਨਦਾ। ਮਹਾਰਾਜ ਕਹਿੰਦੇ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਬਈ ਕਥਨ ਤਾਂ ਕਰਦਾ, ਮਨਮੁਖ ਵੀ ਕਥਾ ਕਰਦਾ, ਪਰ ਉਹਦੀ ਰਹਿਤ ਕੋਈ ਨਹੀਂ, ਮੰਨਦਾ ਕੋਈ ਨਹੀਂ ਉਹ ਆਪ। ਜਿਸ ਚੀਜ਼ ਨੂੰ ਗੁਰਬਾਣੀ ਗੁਰੂ ਛੱਡਣ ਨੂੰ ਕਹਿ ਰਹੇ, ਜੋ ਰਹਿਤ ਰੱਖਣ ਨੂੰ ਕਹਿ ਰਹੇ, ਉਹ ਰਹਿਤ ਆਪ ਹੀ ਨਹੀਂ ਰੱਖਦਾ। ਮਹਾਰਾਜ ਕਹਿੰਦੇ ਕਿਸੇ ਦੀ ਨਿੰਦਿਆ ਨਹੀਂ ਕਰਨੀ, ਤੇ ਉਹ ਨਿੰਦਿਆ ਵੀ ਕੀਤੀ ਜਾਂਦਾ। ਮਹਾਰਾਜ ਕਹਿੰਦੇ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਣਾ, ਵੈਰ ਵਿਰੋਧ ਦੀ ਗੱਲ ਵੀ ਕੀਤੀ ਜਾਂਦਾ। ਕਹਿੰਦੇ ਹਉਮੈ ਤੋਂ ਰਹਿਤ ਰਹਿਣਾ, ਤੇ ਹਉਮੈ ਵਿੱਚ ਵੀ ਲੋਕ ਲੱਜਾ ਤੋਂ ਉੱਪਰ ਉੱਠਣਾ, ਤੇ ਲੋਕ ਲੱਜਾ ਦੇ ਵਿੱਚ ਵੀ ਹੈ। ਮਹਾਰਾਜ ਕਹਿੰਦੇ ਵੀ ਜੋ ਕਥਨ ਕਰਦਾ ਹੈ ਉਸ ਨੂੰ ਆਪ ਹੀ ਨਹੀਂ ਮੰਨਦਾ। ਇਸ ਕਰਕੇ ਕਹਿੰਦੇ ਵੀ ਕਥਨੀ ਤਾਂ ਹੈ ਪਰ ਰਹਿਤ ਕੋਈ ਨਹੀਂ, ਮੰਨਦਾ ਕੋਈ ਨਹੀਂ ਹੈ। ਸੋ ਇਸ ਵਾਸਤੇ ਕਥਨੀ ਦੇ ਨਾਲੋਂ ਸਾਨੂੰ ਕਰਨੀ ਨੂੰ ਜ਼ਿਆਦਾ ਪ੍ਰਧਾਨਗੀ ਦਿੱਤੀ ਗਈ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਮਹਾਰਾਜ ਕਰਨੀ ਨੂੰ ਅਹਿਮੀਅਤ ਦਿੰਦੇ ਵੀ ਤੁਸੀਂ ਆਪ ਕਰੋ। ਜੇ ਅਸੀਂ ਕਰਾਂਗੇ ਤੇ ਫਿਰ ਸਾਡੇ ਅੰਦਰ ਬਦਲਾਅ ਆਏਗਾ, ਫਿਰ ਸਾਡਾ ਮਨ ਹੈ ਜਿਹੜਾ ਇਹ ਬਦਲੇਗਾ। ਜੇ ਅਸੀਂ ਆਪ ਕਰਦੇ ਨਹੀਂ, ਫਿਰ ਜਿਹੜਾ ਮਨ ਹੈ ਉਹ ਮਨ ਬਦਲਦਾ ਹੀ ਨਹੀਂ, ਉਹਦੇ ਅੰਦਰ ਬਦਲਾਅ ਆਉਂਦਾ ਹੀ ਨਹੀਂ ਹੈ। ਇਹੋ ਕਾਰਨ ਹੈ ਵੀ ਜਦੋਂ ਅਸੀਂ ਗੁਰੂ ਦਾ ਬਚਨ ਨਹੀਂ ਮੰਨਦੇ, ਕਈ ਜੀਵ ਸਾਰੀ ਸਾਰੀ ਉਮਰ ਬਾਣੀ ਵੀ ਪੜ੍ਹਦੇ ਆ, ਗੁਰੂ ਘਰ ਵੀ ਆਉਂਦੇ ਆ, ਪਰ ਫਿਰ ਵੀ ਜਿਹੜਾ ਉਹਨਾਂ ਦੇ ਅੰਦਰ ਵੈਰ ਵਿਰੋਧ, ਈਰਖਾ, ਨਫ਼ਰਤ ਹੋ ਜਾਂਦੀ ਨਹੀਂ, ਉਹ ਉਵੇਂ ਹੀ ਖੜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ ਵੀ ਜੇ ਹੁਣ ਜੀਵ ਸੇਵਾ ਵੀ ਕਰਦਾ ਹੈ ਤੇ ਅੰਦਰ ਕ੍ਰੋਧ ਵੀ ਉਵੇਂ ਹੀ ਹੈ, ਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਬਈ ਤੁਹਾਡਾ ਜਿਹੜਾ ਇਹ ਕੀਤਾ ਹੋਇਆ ਵੀ ਉਹਦਾ ਤੁਹਾਨੂੰ ਲਾਹਾ ਕੀ ਹੋਇਆ, ਤੁਹਾਨੂੰ ਫਾਇਦਾ ਕੀ ਹੋਇਆ, ਤੁਹਾਡਾ ਮਨ ਤਾਂ ਸ਼ੁੱਧ ਹੋਇਆ ਹੀ ਨਾ। ਫਿਰ ਉਹ ਅਵਸਥਾ ਮਹਾਰਾਜ ਦੱਸਦੇ ਮਨ ਮੈਂ ਕ੍ਰੋਧ ਮਹਾ ਹੰਕਾਰਾ, ਪੂਜਾ ਕਰੇ ਬਹੁਤ ਵਿਸਤਾਰ, ਕਰ ਇਸ਼ਨਾਨ ਤਨ ਚੱਕਰ ਬਣਾਏ, ਮਨ ਕੀ ਮਲ ਕਬੂ ਨਾ ਜਾਏ। ਬਈ ਸਵੇਰੇ ਉੱਠਦਾ ਵੀ ਹੈ, ਇਸ਼ਨਾਨ ਵੀ ਕਰਦਾ ਹੈ, ਸੇਵਾ ਵੀ ਕਰਦਾ ਹੈ, ਪਰ ਅੰਦਰ ਉਵੇਂ ਹੀ ਕ੍ਰੋਧ ਹੈ। ਜੇ ਕਿਸੇ ਨੇ ਮਾੜੀ ਜਿਹੀ ਗੱਲ ਕਹਿ ਦਿੱਤੀ ਤੇ ਅੱਗਿਓਂ ਕ੍ਰੋਧ ਚੜ੍ਹ ਗਿਆ, ਅੱਗਿਓਂ 10 ਹੋਰ ਸੁਣਾ ਦਿੱਤੀਆਂ। ਫਿਰ ਮਹਾਰਾਜ ਕਹਿੰਦੇ ਵੀ ਮਨ ਸੀ ਜਿਹੜਾ, ਮਨ ਤਾਂ ਸ਼ੁੱਧ ਹੋਇਆ ਹੀ ਨਾ, ਮਨ ਤਾਂ ਨਿਰਮਲ ਹੋਇਆ ਹੀ ਨਾ। ਬਈ ਸੇਵਾ ਤਾਂ ਇਸ ਕਰਕੇ ਕੀਤੀ ਜਾਂਦੀ ਵੀ ਸਾਡਾ ਮਨ ਸ਼ੁੱਧ ਹੋਵੇ, ਮਨ ਦੀ ਮਿਲ ਜਾਵੇ। ਜੇ ਮਨ ਦੇ ਵਿੱਚ ਉਹੀਓ ਵੈਰ ਵਿਰੋਧੀ ਹੈ ਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਕੀਤੀ ਹੋਈ ਸੇਵਾ ਵਿਅਰਥ ਚਲੀ ਜਾਂਦੀ ਹੈ। ਮਹਾਰਾਜ ਦੱਸਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਬਈ ਸਾਰਾ ਕੁਛ ਕੀਤਾ ਵੀ ਪਰ ਪਰਾਈ ਨਿੰਦਿਆ ਮੁਖ ਤੋਂ ਛੱਡੀ ਕੋਈ ਨਹੀਂ, ਵੈਰ ਵਿਰੋਧ ਛੱਡਿਆ ਕੋਈ ਨਹੀਂ। ਫਿਰ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੀ ਸੇਵਾ ਤਾਂ ਵਿਅਰਥ ਹੀ ਚਲੀ ਗਈ, ਤੁਹਾਨੂੰ ਉਹਦਾ ਫਾਇਦਾ ਕੀ ਹੋਇਆ, ਉਹਦਾ ਲਾਹਾ ਕੀ ਹੋਇਆ। ਬਈ ਸੇਵਾ ਇਸ ਕਰਕੇ ਕਰੀਦੀ ਹੈ ਵੀ ਸਾਡਾ ਮਨ ਸ਼ੁੱਧ ਹੋਵੇ, ਸਾਡਾ ਮਨ ਧੋਤਾ ਜਾਵੇ, ਸਾਡਾ ਮਨ ਨਿਰਮਲ ਹੋ ਜਾਵੇ। ਸੋ ਉਹਦੇ ਵਾਸਤੇ ਫਿਰ ਸਾਨੂੰ ਇਹ ਗਿਆਨ ਹੋਣਾ ਜ਼ਰੂਰੀ ਹੈ। ਜੇ ਸਾਨੂੰ ਗਿਆਨ ਹੋਏਗਾ, ਗਿਆਨ ਦੁਆਰਾ ਮਨ ਨੂੰ ਮਾਂਜੀਦਾ, ਜੇ ਮਾਂਜਿਆ ਹੋਏਗਾ ਤੇ ਫਿਰ ਮੈਲਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਗਿਆਨ ਰਤਨ ਮਨ ਮਾਂਜੀਏ ਬਹੁਰ ਨਾ ਮੈਲਾ ਹੋਈ। ਵੀ ਜੇ ਤਾਂ ਸਾਡੇ ਪਾਸ ਗਿਆਨ ਰਤਨ, ਫਿਰ ਤਾਂ ਅਸੀਂ ਮਨ ਨੂੰ ਮਾਂਜ ਦਾਂਗੇ, ਮਨ ਮੈਲਾ ਨਹੀਂ ਹੋਏਗਾ।
ਜੇ ਸਾਡੇ ਪਾਸ ਗਿਆਨ ਨਹੀਂ, ਫਿਰ ਜੇ ਅਸੀਂ ਮਨ ਦਾ ਇਸ਼ਨਾਨ ਕਰ ਵੀ ਲੈਂਦੇ ਹਾਂ, ਤਾਂ ਫਿਰ ਅਸੀਂ ਮੈਲ ਚੜਾ ਲੈਂਦੇ ਹਾਂ ਉੱਥੇ। ਜਿਵੇਂ ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਜੀਵ ਕੀ ਕਰਦਾ ਹੈ ਬਈ ਉਹ ਇਸ਼ਨਾਨ ਵੀ ਕਰਦਾ ਹੈ, ਇਸ਼ਨਾਨ ਕਰਨ ਤੋਂ ਬਾਅਦ ਫਿਰ ਆਪਦੇ ਉੱਤੇ ਮੈਲ ਚੜਾ ਲੈਂਦਾ, ਫਿਰ ਅਭਿਮਾਨ ਹਉਮੈ ਹੰਕਾਰ ਦੇ ਵਿੱਚ। ਮਹਾਰਾਜ ਕਹਿੰਦੇ ਸੰਤ ਸੰਗਤ ਮਿਲੇ ਸਤ ਸੰਗਤ ਮਿਲ ਸੰਗਤ ਹਰ ਰਸ ਆਵੇ ਗੋ, ਮਰਮੁਖ ਕਰਮ ਕਰੇ ਅਭਿਮਾਨੀ ਕੱਢ ਪਾਣੀ ਚੀਕੜ ਪਾਵੇ ਗੋ। ਬਈ ਮਨਮੁਖ ਜਿਹੜਾ ਕਰਮ ਕਰਦਾ ਅਭਿਮਾਨ ਹਉਮੈ ਹੰਕਾਰ ਦੇ ਵਿੱਚ, ਬਈ ਪਹਿਲਾਂ ਇਸ਼ਨਾਨ ਵੀ ਕਰ ਲਿਆ ਤੇ ਫਿਰ ਹਉਮੈ ਹੰਕਾਰ 'ਚ ਹੋਣ ਕਰਕੇ ਫਿਰ ਆਪਦੇ ਉੱਤੇ ਚਿੱਕੜ ਪਾ ਲਿਆ। ਜਿਵੇਂ ਹੁਣ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ, ਸਾਰੀ ਗੁਰਬਾਣੀ 'ਚ ਅੰਮ੍ਰਿਤ ਹੈ, ਅੰਮ੍ਰਿਤ ਦੁਆਰਾ ਸਾਡੇ ਮਨ ਨੇ ਧੋਤਾ ਜਾਣਾ, ਮਨ ਨੇ ਨਿਰਮਲ ਹੋ ਜਾਣਾ। ਪਹਿਲਾਂ ਅਸੀਂ ਗੁਰਬਾਣੀ ਪੜ੍ਹੀ, ਇਸ਼ਨਾਨ ਕਰ ਲਿਆ, ਇਸ਼ਨਾਨ ਕਰਨ ਤੋਂ ਬਾਅਦ ਬਾਹਰ ਜਾ ਕੇ ਅਸੀਂ ਫਿਰ ਨਿੰਦਿਆ ਚੁਗਲੀ ਸ਼ੁਰੂ ਕਰ ਲਈ, ਫਿਰ ਕਿਸੇ ਦੇ ਨਾਲ ਵੈਰ ਵਿਰੋਧ ਕਰ ਲਿਆ, ਈਰਖਾ ਨਫ਼ਰਤ ਕਰ ਲਈ। ਅਤੇ ਉਹ ਕੀ ਹੋਇਆ ਵੀ ਜਿਹੜਾ ਅਸੀਂ ਇਸ਼ਨਾਨ ਕੀਤਾ ਸੀ, ਉਦੋਂ ਬਾਅਦ 'ਚੋਂ ਫਿਰ ਆਪਦੇ ਉੱਤੇ ਉਹ ਚਿੱਕੜ ਪਾ ਲਿਆ। ਇਸ ਕਰਕੇ ਫਿਰ ਜਿਵੇਂ ਕੁੰਚਰ ਮਹਾਰਾਜ ਨੇ ਉਦਾਹਰਨ ਦਿੱਤੀ ਹਾਥੀ ਦੀ, ਵੀ ਜਿਵੇਂ ਹਾਥੀ ਇਸ਼ਨਾਨ ਕਰਦਾ ਹੈ, ਜਦੋਂ ਬਾਹਰ ਨਿਕਲਦਾ ਹੈ ਫਿਰ ਆਪਦੇ ਉੱਤੇ ਸੁੰਡ ਵੜ ਕੇ ਉਹ ਫਿਰ ਚਿੱਕੜ ਪਾ ਲੈਂਦਾ ਹੈ ਆਪਦੇ ਉੱਤੇ। ਉਹੀਓ ਵਾਸਾ ਫਿਰ ਸੱਚੇ ਪਾਤਸ਼ਾਹ ਮਨਮੁਖ ਜੀਵ ਦੀ ਦੱਸਦੇ ਵੀ ਕਰਮ ਕਰਦਾ ਹੈ ਅਭਿਮਾਨ ਹਉਮੈ ਹੰਕਾਰ ਦੇ ਵਿੱਚ, ਅਤੇ ਦੂਸਰਿਆਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ ਵੀ ਮੈਂ ਇੰਨੀ ਸੇਵਾ ਕਰਦਾ, ਉਹ ਦੂਸਰਾ ਸੇਵਾ ਕਰਦਾ ਹੀ ਨਹੀਂ, ਮੈਂ ਇੰਨਾ ਗੁਰਬਾਣੀ ਪੜ੍ਹਦਾ, ਉਹ ਪੜ੍ਹਦਾ ਹੀ ਨਹੀਂ, ਦੂਸਰਿਆਂ ਦੀ ਮਤਲਬ ਸ਼ੁਰੂ ਕਰ ਦਿੰਦਾ ਨਿੰਦਿਆ, ਅਤੇ ਆਪਦੇ ਅੰਦਰ ਹਉਮੈ ਭਰੀ ਜਾਂਦਾ। ਸੋ ਇਸ ਵਾਸਤੇ ਮਹਾਰਾਜ ਫਿਰ ਸਾਨੂੰ ਦੱਸਦੇ ਬਈ ਜੇ ਸਾਨੂੰ ਇਹ ਗਿਆਨ ਹੋਏਗਾ ਤਾਂ ਫਿਰ ਅਸੀਂ ਮਨ ਨੂੰ ਇਹ ਚੀਜ਼ ਤੋਂ ਰੋਕ ਸਕਦੇ ਹਾਂ। ਬਈ ਹੁਣ ਅਸੀਂ ਇਸ਼ਨਾਨ ਕੀਤਾ, ਹੁਣ ਅਸੀਂ ਆਪਦੇ ਉੱਤੇ ਗੰਦਗੀ ਨਹੀਂ ਪਾਉਣੀ, ਚਿੱਕੜ ਨਹੀਂ ਪਾਉਣਾ। ਜਿਵੇਂ ਹੁਣ ਆਪਾਂ ਸਤਸੰਗ 'ਚ ਆਉਂਦੇ ਹਾਂ, ਸ਼ਬਦ ਦੀ ਵਿਚਾਰ ਕਰਦੇ ਹਾਂ, ਸਤਿਗੁਰੂ ਆਪਣੇ ਮਨ ਨੂੰ ਧੋਂਦੇ ਨੇ। ਹੁਣ ਜੇ ਆਪਾਂ ਸੰਗਤ 'ਚੋਂ ਬਾਹਰ ਜਾਈਏ, ਜਾ ਕੇ ਆਪਾਂ ਫਿਰ ਸੰਸਾਰ ਦੀਆਂ ਗੱਲਾਂ ਸ਼ੁਰੂ ਕਰ ਲਈਏ, ਕਿਸੇ ਦੀ ਨਿੰਦਿਆ ਕਰ ਲਈਏ, ਕਿਸੇ ਨਾਲ ਈਰਖਾ ਨਫ਼ਰਤ ਦੀ ਗੱਲ ਕਰ ਲਈਏ, ਉਹ ਕੀ ਹੋਏਗਾ ਵੀ ਅਸੀਂ ਇੱਥੇ ਇਸ਼ਨਾਨ ਕਰਕੇ ਗਏ ਅਤੇ ਬਾਹਰ ਜਾ ਕੇ ਫਿਰ ਗੰਦਗੀ ਪਾ ਲਈ, ਫਿਰ ਚਿੱਕੜ ਪਾ ਲਿਆ ਆਪਦੇ ਉੱਤੇ। ਉਹ ਤਾਂ ਕਰਕੇ ਫਿਰ ਸਾਡਾ ਜਿਹੜਾ ਮਨ ਹੈ ਉਹ ਫਿਰ ਮੈਲਾ ਹੀ ਰਹਿੰਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜਦੋਂ ਸਾਡਾ ਮਨ ਧੋਤਾ ਜਾਂਦਾ, ਫਿਰ ਇਸ ਨੂੰ ਅਸੀਂ ਗਿਆਨ ਦੀ ਮੱਤ ਦੇਣੀ ਹੈ, ਨਾਲ ਨਾਲ ਅਸੀਂ ਇਹਨੂੰ ਸਮਝਾਉਂਦੇ ਰਹਿਣਾ ਵੀ ਗੁਰੂ ਦੀ ਮੱਤ ਦੁਆਰਾ ਜਦੋਂ ਚੱਲਾਂਗੇ, ਫਿਰ ਇਹ ਆਪਣਾ ਜਿਹੜਾ ਮਨ ਹੈ ਇਹ ਸਹਿਜ ਦੇ ਵਿੱਚ ਰਹੇਗਾ। ਸਹਿਜ ਆਪਣਾ ਘਰ ਹੈ, ਅਤੇ ਮਨ ਨੂੰ ਕਹਿੰਦੇ ਵੀ ਤੂੰ ਘਰ ਦੇ ਵਿੱਚ ਰਹੇ, ਸਹਿਜ ਦੇ ਵਿੱਚ ਰਹੇ। ਹੁਣ ਸਹਿਜ ਇੱਧਰ ਵਿਚਾਰਾਂ 'ਚ ਸਹਿਜ ਨਹੀਂ ਹੈ, ਫੁਰਨਿਆਂ ਦੇ ਵਿੱਚ ਸਹਿਜ ਨਹੀਂ ਹੈ। ਮਹਾਰਾਜ ਫਰਮਾਉਂਦੇ ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸੈਂਸਾ ਨਾ ਜਾਈ। ਇਹ ਜਦ ਤੱਕ ਅਸੀਂ ਵਿਚਾਰਾਂ 'ਚ ਉਹਨਾਂ ਸਮਾਂ ਸਹਿਜ ਨਹੀਂ, ਉਹਨਾਂ ਸਮਾਂ ਸੈਂਸੇ ਫਿਕਰ ਚਿੰਤਾਵਾਂ ਇਹ ਖਤਮ ਹੀ ਨਹੀਂ ਹੁੰਦੀਆਂ। ਹੁਣ ਆਪਾਂ ਨੂੰ ਕਹਿੰਦੇ ਵੀ ਸਹਿਜ ਵਿੱਚ ਆਓ, ਅਤੇ ਸਹਿਜ ਵਿੱਚ ਜਾਣ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਇੱਕ ਤਾਂ ਇਹ ਜਿਹੜਾ ਆਪਾਂ ਸਿਮਰਨ ਕਰਦੇ ਸ਼ਬਦ ਦੀ ਕਮਾਈ, ਅਤੇ ਨਾਲ ਨਾਲ ਗੁਰੂ ਦੀ ਮੱਤ। ਜਦੋਂ ਅਸੀਂ ਮਨ ਨੂੰ ਗੁਰੂ ਦੀ ਮੱਤ ਦੇਵਾਂਗੇ ਬਈ ਜੋ ਮਾਲਕ ਕਰ ਰਿਹਾ ਉਹਨੂੰ ਅਸੀਂ ਭਲਾ ਭਲਾ ਕਰਕੇ ਮੰਨਾਂਗੇ, ਫਿਰ ਆਪਣਾ ਜਿਹੜਾ ਮਨ ਹੈ ਇਹ ਸਹਿਜ ਦੇ ਵਿੱਚ ਆ ਜਾਂਦਾ ਹੈ। ਮਾਰੇ ਫਰਮਾਉਂਦੇ ਗੁਰ ਸ਼ਬਦੀ ਧਰੀਏ, ਬੌਰ ਨ ਮਰੀਏ, ਚੁਕੇ ਆਵਣ ਜਾਣਾ, ਜੋ ਕਿਛ ਕਰੇ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ।
ਬਈ ਜੋ ਮਾਲਕ ਕਰ ਰਹੇ ਜਦੋਂ ਅਸੀਂ ਉਹਨੂੰ ਭਲਾ ਭਲਾ ਕਰਕੇ ਮੰਨਾਂ। ਹੁਣ ਭਲਾ ਭਲਾ ਕਰਕੇ ਸਾਡਾ ਮਨ ਉਦੋਂ ਹੀ ਮੰਨਦਾ ਹੈ ਜਦੋਂ ਇਹ ਗੁਰੂ ਦੀ ਮੱਤ ਦੁਆਰਾ ਚੱਲਦਾ ਹੈ, ਜਦੋਂ ਇਹਨੂੰ ਗਿਆਨ ਹੁੰਦਾ, ਸੋਝੀ ਹੁੰਦੀ, ਫਿਰ ਇਹ ਭਲਾ ਕਰਕੇ ਮੰਨਦਾ। ਤਾਈਓਂ ਮਹਾਰਾਜ ਕਹਿੰਦੇ ਵੀ ਮਾਲਕ ਕਰਦਾ ਸਾਡੇ ਜੀਵਨ ਦਾ ਭਲਾ ਹੀ ਹੈ, ਪਰ ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ ਉਦੋਂ ਸਾਨੂੰ ਭਲਾ ਲੱਗਦਾ ਨਹੀਂ ਉਹਦਾ ਕੀਤਾ ਹੋਇਆ। ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਚੱਲਦੇ ਹਾਂ ਫਿਰ ਸਾਨੂੰ ਭਲਾ ਹੀ ਭਲਾ ਲੱਗਦਾ ਵੀ ਇਹਦੇ 'ਚ ਵੀ ਸਾਡਾ ਭਲਾ ਹੀ ਹੈ। ਮਹਾਰਾਜ ਫਰਮਾਉਂਦੇ ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੂੰ ਸਦਾ ਸਦਾ ਦਿਆਲਾ। ਬਈ ਮਾਲਕ ਸਦਾ ਹੀ ਸਾਡੇ ਜੀਵਾਂ 'ਤੇ ਦਇਆ ਕਰਦਾ ਅਤੇ ਉਹ ਸਦਾ ਹੀ ਭਲਾ ਕਰਦਾ। ਜਦੋਂ ਸਾਡਾ ਮਨ ਇਸ ਅਵਸਥਾ 'ਚ ਆਉਂਦਾ ਹੈ ਬਈ ਜੋ ਤੂੰ ਕਰ ਰਹੇ ਹੈ ਉਹੀਓ ਸਾਡੇ ਵਾਸਤੇ ਭਲਾ ਹੈ, ਇਹਦੇ 'ਚ ਹੀ ਸਾਡਾ ਭਲਾ ਹੋਏਗਾ, ਫਿਰ ਆਪਣਾ ਮਨ ਸਹਿਜ ਵਿੱਚ ਆ ਜਾਏਗਾ, ਫਿਰ ਘਰ ਦੇ ਵਿੱਚ ਆ ਜਾਏਗਾ। ਜੇ ਅਸੀਂ ਰੋਸ ਕਰਾਂਗੇ ਫਿਰ ਇਹ ਸਹਿਜ ਦੇ ਵਿੱਚ ਆਏਗਾ ਹੀ ਨਹੀਂ। ਰੋਸ ਕਰੇਗਾ ਤੇ ਵਿਚਾਰ ਬਣਨਗੇ, ਫੁਰਨੇ ਬਣਨਗੇ। ਬਈ ਮੈਂ ਜੋ ਸੋਚ ਰਿਹਾ ਵੀ ਇਸ ਤਰ੍ਹਾਂ ਹੋਵੇ, ਇੱਦਾਂ ਕਿਉਂ ਨਹੀਂ ਹੁੰਦਾ। ਹੁਣ ਜੇ ਅਸੀਂ ਆਪਦੀ ਸੋਚ ਦੁਆਰਾ ਜੋ ਸੋਚਦੇ ਜੇ ਉਵੇਂ ਹੋਣ ਲੱਗੇ ਤੇ ਇੱਥੇ ਸਾਰਾ ਹੀ ਖਲਬਲੀ ਮੱਚ ਜਾਵੇ, ਸਾਰਾ ਹੀ ਸਿਸਟਮ ਹੀ ਮਾਲਕ ਦਾ ਖਰਾਬ ਹੋ ਜੇ। ਇਸ ਕਰਕੇ ਸਾਡੇ ਸੋਚਣ ਦੇ ਨਾਲ ਨਹੀਂ ਚੱਲਦਾ। ਜੋ ਮਾਲਕ ਦੀ ਸੋਚ ਹੈ ਉਸ ਦੁਆਰਾ ਚੱਲਦਾ ਹੈ। ਤਾਈਓਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜ੍ਹੀ ਰਾਮ। ਬਈ ਸਾਡੀ ਮੱਤ ਇੰਨੀ ਥੋੜ੍ਹੀ, ਅਸੀਂ ਆਪਦੇ ਸਵਾਰਥ ਕਰਕੇ ਅਸੀਂ ਸੋਚਦੇ ਵੀ ਇੱਦਾਂ ਹੋਣਾ ਚਾਹੀਦਾ, ਜਿਵੇਂ ਸਾਨੂੰ ਚੰਗਾ ਲੱਗਦਾ ਵੀ ਐਂ ਹੋਣਾ ਚਾਹੀਦਾ। ਅਤੇ ਮਾਲਕ ਨੇ ਸਭ ਦਾ ਦੇਖਣਾ, ਸਾਰੇ ਉਹਦੇ ਬੱਚੇ, ਉਹਨੇ ਸਭ ਦਾ ਭਲਾ ਕਰਨਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਅਸੀਂ ਮਾਲਕ ਦੇ ਹੁਕਮ ਦੇ ਵਿੱਚ ਆਉਣਾ ਵੀ ਜੋ ਕਰ ਰਹੇ ਅਸੀਂ ਉਹਨੂੰ ਭਲਾ ਕਰਕੇ ਬਣਨਾ। ਅਤੇ ਜਦੋਂ ਅਸੀਂ ਆਪਦੀ ਮੱਤ ਦੁਆਰਾ ਚੱਲਦੇ ਹਾਂ ਉਦੋਂ ਅਸੀਂ ਕਹਿੰਦੇ ਹਾਂ ਵੀ ਜਿਵੇਂ ਅਸੀਂ ਕਹਿੰਦੇ ਉਵੇਂ ਹੋਵੇ। ਜਦੋਂ ਉਵੇਂ ਹੁੰਦਾ ਨਹੀਂ ਅਤੇ ਅਸੀਂ ਹੋਰ ਦੁਖੀ ਹੁੰਦੇ ਕਿ ਜੋ ਅਸੀਂ ਸੋਚਿਆ ਸੀ ਉਵੇਂ ਹੋਇਆ ਤਾਂ ਹੈ ਨਹੀਂ। ਫਿਰ ਹੋਰ ਰੋਸ ਆਉਂਦਾ ਮਨ ਦੇ ਵਿੱਚ, ਹੋਰ ਗੁੱਸਾ ਆਉਂਦਾ। ਸੋ ਐਸੀ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ ਬਈ ਰੋਸ ਨਾ ਕਰੋ। ਬਈ ਰੋਸ ਤੂੰ ਕਾਹਦਾ ਕਰਦਾ ਹੈ? ਮਨ ਨੂੰ ਕਹਿੰਦੇ ਬਈ ਤੈਨੂੰ ਤਾਂ ਲਾਹਾ ਇਹ ਹੈ ਵੀ ਤੂੰ ਸਿਮਰਨ ਕਰ, ਤੂੰ ਭਾਣੇ ਦੇ ਵਿੱਚ ਹੈ। ਮਹਾਰਾਜ ਕਹਿੰਦੇ ਮੇਰੇ ਮਨ ਕਾਹੇ ਰੋਸ ਕਰੀਜੈ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤਿ ਅੰਦਿਨ ਹਿਰਦਿ ਰਵੀਜੈ। ਬਈ ਤੈਨੂੰ ਜਿਹੜਾ ਲਾਹਾ ਇਹ ਹੈ ਵੀ ਤੂੰ ਸਿਮਰਨ ਕਰ, ਤੂੰ ਲਾਹਾ ਖੱਟ। ਤੂੰ ਰੋਸ ਕਾਹਦੇ ਲਈ ਕਰਦਾ? ਰੋਸ ਕਰੇਂਗਾ ਅਤੇ ਤੂੰ ਹੋਰ ਦੁਖੀ ਹੋਏਗਾ, ਹੋਰ ਅਸ਼ਾਂਤ ਹੋ ਜਾਏਗਾ, ਤੈਨੂੰ ਰੋਸ ਦਾ ਕੋਈ ਫਾਇਦਾ ਨਹੀਂ ਹੋਣਾ। ਇਸ ਵਾਸਤੇ ਫਿਰ ਕਹਿੰਦੇ ਵੀ ਜੋ ਅਸੀਂ ਸੋਚਦੇ ਹਾਂ ਉਵੇਂ ਹੁੰਦਾ ਨਹੀਂ, ਇਸ ਨੂੰ ਕਹਿੰਦੇ ਝੱਖ ਮਾਰਨਾ। ਬਾਬਾ ਕਬੀਰ ਜੀ ਕਹਿੰਦੇ ਵੀ ਝੱਖ ਨਾ ਮਾਰੋ, ਸਾਡਾ ਸੋਚਿਆ ਹੋਇਆ ਸਾਡੀ ਮੱਤ ਦੁਆਰਾ ਨਹੀਂ ਚੱਲਣਾ। ਅਤੇ ਜੋ ਮਾਲਕ ਕਰ ਰਿਹਾ ਹੈ ਉਹ ਹੋ ਕੇ ਹੀ ਰਹਿਣਾ ਹੈ, ਉਸ ਨੂੰ ਕੋਈ ਮਿਟਾ ਨਹੀਂ ਸਕਦਾ, ਉਹਨੂੰ ਕੋਈ ਬਦਲ ਨਹੀਂ ਸਕਦਾ। ਤੈਅ ਜੋ ਹੋਣਾ ਉਹ ਹੋਣਾ ਹੀ ਹੋਣਾ। ਇਸ ਲਈ ਸੱਚੇ ਪਾਤਸ਼ਾਹ ਫਰਮਾਉਂਦੇ ਕਬੀਰ ਝੱਖ ਨ ਝਕੀਏ ਤੁਮਰੋ ਕਿਹੋ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਸੋ ਮੇਟ ਨਾ ਸਕੇ ਹੋਏ। ਜੋ ਮਾਲਕ ਨੇ ਕਰਨਾ ਉਸ ਨੂੰ ਕੋਈ ਬਦਲ ਨਹੀਂ ਸਕਦਾ, ਉਸ ਨੂੰ ਕੋਈ ਮਿਟਾ ਨਹੀਂ ਸਕਦਾ। ਅਤੇ ਇਸ ਵਾਸਤੇ ਫਿਰ ਜੀਵ ਦੁਖੀ ਉਦੋਂ ਹੁੰਦਾ ਜਦੋਂ ਅਸੀਂ ਮਿਟਾਉਣ ਦੀ ਕੋਸ਼ਿਸ਼ ਕਰਦੇ ਬਈ ਜਿਵੇਂ ਅਸੀਂ ਸੋਚਦੇ ਹਾਂ ਉਵੇਂ ਹੋਵੇ, ਅਤੇ ਉਵੇਂ ਹੁੰਦਾ ਨਹੀਂ ਅਤੇ ਹੋਰ ਉਸ ਪ੍ਰਗਟ ਹੁੰਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਚੱਲਦੇ ਹਾਂ ਫਿਰ ਗੁਰੂ ਆਪਾਂ ਨੂੰ ਇਹ ਸਿਖਾਉਂਦਾ ਵੀ ਸੰਸਾਰ ਦੇ ਵਿੱਚ ਦੁੱਖ ਸੁੱਖ ਨੇ ਜਿਹੜੇ ਆਰਜੀ ਮਿਥੇ ਹੋਏ ਨੇ, ਇਹ ਸਦਾ ਨਹੀਂ ਹੈ।
ਤੇ ਇਹ ਸਦਾ ਇੱਕੋ ਜਿਹਾ ਸਮਾਂ ਰਹਿੰਦਾ ਵੀ ਨਹੀਂ ਹੈ। ਜੇ ਸੁੱਖ ਹੈ ਉਹ ਵੀ ਸਦਾ ਨਹੀਂ ਰਹਿੰਦਾ, ਕਿਉਂਕਿ ਮਿਥਿਆ ਹੋਇਆ। ਜੇ ਦੁੱਖ ਹੈ ਤੇ ਉਹ ਵੀ ਸਦਾ ਨਹੀਂ ਰਹਿੰਦਾ, ਮਿਥਿਆ ਹੋਇਆ। ਤੇ ਇਸ ਵਾਸਤੇ ਆਪਾਂ ਨੂੰ ਫਿਰ ਇਹ ਸਮਝਾਇਆ ਜਾਂਦਾ ਵੀ ਅਸੀਂ ਇਹਨਾਂ ਦੋਵਾਂ ਤੋਂ ਉੱਪਰ ਉੱਠਣਾ, ਸੁੱਖ ਦੁੱਖ ਤੋਂ। ਬਈ ਚਾਹੇ ਸੁੱਖ ਆਵੇ ਚਾਹੇ ਦੁੱਖ ਆਵੇ, ਅਸੀਂ ਧਿਆਉਣਾ ਮਾਲਕ ਨੂੰ ਹੀ ਆ, ਉਹਦਾ ਸਿਮਰਨ ਕਰਦੇ ਰਹਿਣਾ। ਮਹਾਰਾਜ ਕਹਿੰਦੇ ਦੁੱਖ ਸੁੱਖ ਪਿਆਰੇ ਤੁਧ ਤੇ ਆਈ, ਇਹ ਸਮਰਥ ਗੁਰੂ ਤੇ ਪਾਈ। ਬਈ ਜਦੋਂ ਆਪਾਂ ਗੁਰੂ ਦੀ ਮਦਦ ਦੁਆਰਾ ਚੱਲਦੇ ਹਾਂ, ਫਿਰ ਆਪਾਂ ਜਦੋਂ ਮਾਲਕ ਨੂੰ ਧਿਆਉਂਦੇ ਹਾਂ, ਫਿਰ ਇਹ ਦੁੱਖ ਸੁੱਖ ਇਹਨਾਂ ਨੂੰ ਸਮ ਕਰਕੇ ਚੱਲਦੇ। ਤੇ ਸੱਚੇ ਪਾਤਸ਼ਾਹ ਇਹੋ ਸਮਝਾਉਂਦੇ ਵੀ ਜਿਨ੍ਹਾਂ ਨੇ ਫਿਰ ਇਹ ਦੁੱਖ ਤੇ ਸੁੱਖ ਨੂੰ ਸਮ ਕਰਕੇ ਜਾਣਿਆ, ਉਹਨਾਂ ਵਾਸਤੇ ਸੰਸਾਰ ਦੇ ਵਿੱਚ ਮਾਣ ਅਪਮਾਨ ਇੱਕ ਬਰਾਬਰ ਹੀ ਹੈ। ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਔਰ ਮਾਣ ਅਪਮਾਨ। ਬਈ ਜਿਨ੍ਹਾਂ ਨੇ ਸਮ ਕਰਕੇ ਜਾਣਿਆ, ਜਿਨ੍ਹਾਂ ਨੇ ਸਮ ਸਿੱਖ ਲਿਆ, ਉਹ ਫਿਰ ਆਪਦੇ ਜੀਵਨ ਦਾ ਲਾਹਾ ਖੱਟਦੇ, ਉਹ ਸਦਾ ਵਾਸਤੇ ਸੁਖੀ ਹੋ ਜਾਂਦੇ। ਗੁਰਬਾਣੀ ਗੁਰੂ ਜਿਸ ਸੁੱਖ ਜਿਸ ਆਨੰਦ ਦੀ ਗੱਲ ਕਰਦੇ, ਉਹ ਸਦਾ ਹੈ। ਇੱਧਰ ਸੰਸਾਰ ਦੇ ਵਿੱਚ ਇੱਧਰ ਸਦਾ ਕੁਝ ਵੀ ਨਹੀਂ ਰਹਿਣ ਵਾਲਾ। ਇਹ ਚਾਹੇ ਸੰਸਾਰੀ ਸੁੱਖ ਹੈ, ਇਹ ਵੀ ਸਦਾ ਨਹੀਂ ਹੈ। ਸੰਸਾਰੀ ਦੁੱਖ ਇਹ ਵੀ ਸਦਾ ਨਹੀਂ ਹੈ, ਚੱਲਦਾ ਹੀ ਰਹਿੰਦਾ। ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ, ਫਿਰ ਦੁੱਖ ਆ ਗਿਆ, ਫਿਰ ਸੁੱਖ ਆ ਗਿਆ, ਇਹ ਚੱਲਦਾ ਹੀ ਰਹਿੰਦਾ। ਤੇ ਸੱਚੇ ਪਾਤਸ਼ਾਹ ਆਪਾਂ ਨੂੰ ਜੋ ਸੁੱਖ ਕਹਿ ਰਹੇ, ਉਹ ਸਦਾ ਸੁੱਖ ਹੈ। ਉਹ ਸੁੱਖ ਵੱਧਦਾ ਹੀ ਹੈ, ਉਹ ਘਟਦਾ ਨਹੀਂ। ਜਿੰਨਾ ਅਸੀਂ ਅਭਿਆਸ ਕਰਾਂਗੇ, ਜਿੰਨੀ ਅਸੀਂ ਮਿਹਨਤ ਕਰਾਂਗੇ, ਜਿੰਨਾ ਸਾਡਾ ਮਨ ਸਹਿਜ 'ਚ ਜਾਏਗਾ, ਉਹ ਓਨਾ ਸੁੱਖ ਓਨਾ ਆਨੰਦ ਉਹ ਵੱਧਦਾ ਹੀ ਜਾਏਗਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਸਦਾ ਸੁਖੀ ਹੋਣਾ ਚਾਹੁੰਦੇ ਹੋ, ਫਿਰ ਰਾਮ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਓ। ਮਹਾਰਾਜ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਵੀ ਜਿਹੜਾ ਸਦਾ ਸੁਖੀ ਹੋਣਾ ਚਾਹੁੰਦਾ, ਸਦਾ ਵਾਸਤੇ ਜੀਵਨ ਮੁਕਤ ਹੋਣਾ ਚਾਹੁੰਦਾ, ਪਰਮਾਤਮਾ ਦੀ ਸ਼ਰਨ ਲਵੇ। ਜਦੋਂ ਅਸੀਂ ਮਾਲਕ ਦੀ ਸ਼ਰਨ 'ਚ ਚਲੇ ਜਾਵਾਂਗੇ, ਉੱਥੇ ਸਦਾ ਸੁੱਖ ਹੀ ਸੁੱਖ ਹੈ, ਉੱਥੇ ਦੁੱਖ ਹੈ ਹੀ ਨਹੀਂ। ਦੁੱਖ ਸੀ ਜਿਹੜੇ ਇੱਧਰ ਤ੍ਰੈ ਗੁਣਾਂ ਦੇ ਵਿੱਚ ਸੀ। ਦੁੱਖ ਉਦੋਂ ਹੈ ਜਦੋਂ ਸਾਨੂੰ ਮਾਲਕ ਭੁੱਲਦਾ, ਜਦੋਂ ਸਾਨੂੰ ਵਿਸਰ ਜਾਂਦਾ। ਜਿਨ੍ਹਾਂ ਨੂੰ ਵਿਸਰਿਆ ਉਹਨਾਂ ਨੂੰ ਦੁੱਖ ਹੈ। ਜਿਨ੍ਹਾਂ ਨੂੰ ਚੇਤੇ ਹੈ, ਜਿਹੜੇ ਸਨਮੁਖ ਨੇ, ਉਹਨਾਂ ਨੂੰ ਕੋਈ ਦੁੱਖ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਦੁੱਖ ਸੁੱਖ ਹੈ ਜਿਹੜਾ ਸੰਸਾਰ ਦਾ, ਉਹ ਸਿਰਫ ਇਹ ਤ੍ਰੈ ਗੁਣਾਂ ਦੇ ਵਿੱਚ, ਵਿਚਾਰਾਂ ਦੇ ਵਿੱਚ। ਜਦੋਂ ਅਸੀਂ ਸਤੋ ਗੁਣੀ ਹੁੰਦੇ ਹਾਂ, ਸਤੋ ਗੁਣੀ ਵਿਚਾਰ ਆਉਂਦੇ, ਅਸੀਂ ਆਪਦੇ ਆਪ ਨੂੰ ਸੁਖੀ ਮਹਿਸੂਸ ਕਰਦੇ, ਉਹਨੂੰ ਸੁੱਖ ਸਾਗਰ ਕਹਿੰਦੇ ਵੀ ਅਸੀਂ ਸੁਖੀ ਹਾਂ। ਜਦੋਂ ਤਮੋ ਗੁਣ 'ਤੇ ਜਾਂਦੇ ਜਾਂ ਰਜੋ ਗੁਣ 'ਤੇ ਜਾਂਦੇ ਹਾਂ, ਉਦੋਂ ਅਸੀਂ ਦੁਖੀ ਹੁੰਦੇ। ਤੇ ਇਸ ਕਰਕੇ ਫਿਰ ਇਹ ਜਿਹੜਾ ਦੁੱਖ, ਉਹ ਵੀ ਇਹ ਦਿਨ ਦੇ ਸਮੇਂ ਜਦੋਂ ਅਸੀਂ ਆਉਂਦੇ ਇਸ ਲੋਕ ਦੇ ਵਿੱਚ, ਇਸੇ ਆ ਕੇ ਅਗਿਆਨਤਾ ਦੇ ਵਿੱਚ ਸਾਡਾ ਮਨ ਸੌਂ ਜਾਂਦਾ, ਉਦੋਂ ਦੁੱਖ ਹੈ। ਜਿੰਨਾ ਸਮਾਂ ਅਸੀਂ ਇੱਧਰ 10-12 ਘੰਟੇ ਰਹਿਣਾ, ਉਹ ਦੁੱਖ ਹੈ। ਤੇ ਜੇ ਅਸੀਂ ਇਹ ਖੇਲ ਨੂੰ ਸਮਝ ਜਾਂਦੇ ਹਾਂ, ਫਿਰ ਆਪਾਂ ਨੂੰ ਕੋਈ ਦੁੱਖ ਨਹੀਂ ਹੈ। ਮਨ ਜੇ ਘਰੇ ਰਹੇਗਾ, ਵਿਚਾਰਾਂ ਤੋਂ ਰਹਿਤ ਰਹੇਗਾ, ਤੇ ਫਿਰ ਕੋਈ ਦੁੱਖ ਨਹੀਂ। ਜੇ ਮਨ ਹੁਕਮ ਦੇ ਵਿੱਚ ਆ ਜਾਂਦਾ ਹੈ, ਹੁਕਮ ਦੇ ਵਿੱਚ ਚੱਲਦਾ ਹੈ, ਫਿਰ ਇਹਨੂੰ ਕੋਈ ਦੁੱਖ ਨਹੀਂ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਦੁੱਖ ਤਦੇ ਜਾਂ ਵਿਸਰ ਜਾਈ। ਵੀ ਦੁੱਖ ਉਦੋਂ ਜਦੋਂ ਸਾਨੂੰ ਵਿਸਰੇ, ਜਦੋਂ ਭੁੱਲਿਆ। ਜਦੋਂ ਭੁੱਲਦਾ ਹੈ ਉਦੋਂ ਫਿਰ ਮਨ ਨੂੰ ਰੋਗ ਲੱਗਦੇ, ਉਦੋਂ ਮਨ ਰੋਗੀ ਹੁੰਦਾ ਹੈ। ਤੇ ਰੋਗ ਵੀ ਫਿਰ ਇਹਨੂੰ ਐਸੇ ਲੱਗਦੇ ਜਿਹਦਾ ਫਿਰ ਇਸ ਸੰਸਾਰ ਦੇ ਵਿੱਚ ਕੋਈ ਇਲਾਜ ਨਹੀਂ ਹੁੰਦਾ। ਕਿਉਂ ਰੋਗ ਲੱਗਦੇ? ਮਹਾਰਾਜ ਦੱਸਦੇ, ਕਹਿੰਦੇ ਕਾਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ।
ਵੀ ਜਦੋਂ ਤਾਂ ਪਰਮੇਸ਼ਰ ਨੂੰ ਭੁੱਲ ਗਈ ਫਿਰ ਇਹਨੂੰ ਰੋਗ ਵਿਆਪਦੇ, ਸਾਰੇ ਰੋਗ ਹੀ ਲੱਗ ਜਾਂਦੇ ਫਿਰ। ਤੇ ਜਦੋਂ ਅਸੀਂ ਮਾਲਕ ਨੂੰ ਚੇਤੇ ਕਰਦੇ ਤੇ ਫਿਰ ਹੀ ਸਾਡੇ ਰੋਗ ਖਤਮ ਹੋ ਜਾਂਦੇ। ਇਸ ਵਾਸਤੇ ਫਿਰ ਸਾਰਾ ਜਿਹੜਾ ਸੁੱਖ ਦੁੱਖ ਉਹ ਸਾਡੇ ਮਨ ਨੂੰ, ਸਾਰੀ ਜਿਹੜੀ ਕਹਾਣੀ ਉਹ ਆਪਣੇ ਮਨ ਦੀ ਚੱਲਦੀ ਹੈ। ਹੁਣ ਮਨ ਤਾਂ ਸੁਖੀ ਹੋਏਗਾ ਜੇ ਇਸ ਮਾਰਗ ਦੇ ਉੱਤੇ ਚੱਲੇਗਾ, ਜੇ ਬੰਦਗੀ ਕਰੇਗਾ, ਜੇ ਸਿਮਰਨ ਭਗਤੀ ਕਰੇਗਾ ਤੇ ਮਨ ਸੁਖੀ ਹੋ ਜਾਏਗਾ। ਜੇ ਧਾਰ ਦੇ ਰਸਤੇ 'ਤੇ ਚੱਲੇਗਾ ਇਹਦੇ 'ਤੇ ਦੁੱਖ ਹੀ ਦੁੱਖ, ਇਹਦੇ ਵਿੱਚ ਫਿਰ ਦੁੱਖ ਹੋਰ ਵੱਧਦਾ ਜਾਂਦਾ। ਜਦੋਂ ਤਾਂ ਸਾਡੀ ਪ੍ਰੀਤ ਮਾਇਆ ਦੇ ਨਾਲ ਪੈ ਜਾਂਦੀ ਫਿਰ ਇਹ ਦੁੱਖ ਹੈ ਜਿਹੜਾ ਹੋਰ ਵੱਧਦਾ ਹੀ ਜਾਂਦਾ ਹੈ ਅੱਗੇ ਦੀ ਅੱਗੇ। ਜਿੰਨਾ ਅਸੀਂ ਇਹਦੇ ਨਾਲ ਪਿਆਰ ਕਰਾਂਗੇ ਉਹਨਾਂ ਦੁੱਖ ਵੱਧਦਾ ਜਾਏ। ਜੇ ਸਾਡੀ ਉਹੀਓ ਪ੍ਰੀਤ ਮਾਲਕ ਦੇ ਨਾਲ ਹੋ ਜੇ, ਪਰਮਾਤਮਾ ਦੇ ਨਾਲ ਹੋ ਜੇ, ਫਿਰ ਸਾਰਾ ਕੁਝ ਹੀ ਸਹੀ ਹੋ ਜਾਂਦਾ। ਜੇ ਅਸੀਂ ਮਾਲਕ ਦੇ ਨਾਲ ਪ੍ਰੇਮ ਕਰਦੇ ਤੇ ਉਹਦੇ ਨਾਲ ਪ੍ਰੀਤ ਪਾਵਾਂਗੇ ਤੇ ਸਾਰਾ ਕੁਝ ਹੀ ਠੀਕ, ਫਿਰ ਕੁਝ ਗਲਤ ਨਹੀਂ ਹੈ। ਜਦੋਂ ਅਸੀਂ ਦੂਜੇ ਨਾਲ ਕਰਦੇ ਹਾਂ ਫਿਰ ਸਾਨੂੰ ਘਾਟਾ ਹੀ ਘਾਟਾ, ਫਿਰ ਸਾਨੂੰ ਮਨ ਨੂੰ ਰੋਗ ਲੱਗਦੇ ਤੇ ਫਿਰ ਦੁੱਖ ਹੀ ਦੁੱਖ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੀ ਅਸੀਂ ਪ੍ਰੀਤ ਕਰਨੀ ਉਹ ਇੱਕ ਦੇ ਨਾਲ, ਮਾਲਕ ਦੇ ਨਾਲ, ਜੋ ਸੁੱਖਾਂ ਦਾ ਸਾਗਰ ਹੈ। ਤੇ ਇੱਧਰ ਸੰਸਾਰ ਦੇ ਵਿੱਚ ਹੋਰ ਥਾਂ ਕਿਤੇ ਵੀ ਸੁੱਖ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥਾਂ ਸੁਖ ਨਾਹੀਂ। ਹਉਮੈ ਰੋਗ ਜਗਤ ਵਿਆਪਿਆ, ਮਰ ਜਨਮੈ ਰੋਵੇ ਤਾਹੀ। ਬਈ ਇਹ ਸੰਸਾਰ ਦੇ ਵਿੱਚ ਸੁੱਖਾਂ ਦਾ ਸਾਗਰ ਇੱਕ ਸਤਿਗੁਰ ਹੀ ਹੈ। ਸਤਿਗੁਰ ਦੀ ਸ਼ਰਨ ਤੋਂ ਬਿਨਾਂ ਹੋਰ ਕਿਤੇ ਵੀ ਸੁੱਖ ਨਹੀਂ ਹੈ। ਹਉਮੈ ਦੇ ਵਿੱਚ ਜੀਵ ਕਰਮ ਕਮਾਉਂਦੇ ਹੋਏ ਵਾਰ ਵਾਰ ਜੰਮਦੇ ਮਰਦੇ, ਰੋਂਦੇ ਧਾਹਾਂ ਮਾਰ ਮਾਰ ਕੇ, ਪਰ ਸੁੱਖ ਨਹੀਂ ਹੈ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜੇ ਤੁਸੀਂ ਸੁਖੀ ਹੋਣਾ ਹੈ ਫਿਰ ਮਾਲਕ ਦੀ ਸ਼ਰਨ ਦੇ ਵਿੱਚ ਆਓ, ਸਤ ਸੰਗਤ ਕਰੋ। ਜੋ ਸਾਨੂੰ ਸਤਿਗੁਰੂ ਉਪਦੇਸ਼ ਦਿੰਦੇ ਉਸ ਉਪਦੇਸ਼ ਨੂੰ ਸੁਣ ਕੇ ਹਿਰਦੇ 'ਚ ਵਸਾਓ। ਜਦੋਂ ਅਸੀਂ ਵਸਾਵਾਂਗੇ, ਇਹਨਾਂ ਦਾ ਕਹਿਣਾ ਮੰਨਾਂਗੇ ਤੇ ਅਸੀਂ ਸੁਖੀ ਹੋਵਾਂਗੇ। ਉਹ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਬਚਨ ਕਮਾਈਏ ਸੰਤਾਂ ਦਾ, ਗੁਰੂ ਸਾਹਿਬਾਨਾਂ ਦਾ, ਤੇ ਅਸੀਂ ਇਹ ਭਵ ਸਾਗਰ ਤੋਂ ਪਾਰ ਹੋਵਾਂਗੇ। ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਬਈ ਅਸੀਂ ਤਰ ਜਾਂਦੇ ਜਦੋਂ ਅਸੀਂ ਬਚਨ ਕਮਾਉਂਦੇ ਹਾਂ, ਬਚਨ ਮੰਨਦੇ। ਭਈ ਬਚਨ ਆਪਾਂ ਨੂੰ ਕੀ ਕਰਦੇ? ਬਚਨ ਇਹੀਓ ਕਰਦੇ ਵੀ ਸਿਮਰਨ ਕਰੋ। ਵਾਰ ਵਾਰ ਸਾਨੂੰ ਇਹੀਓ ਸਮਝਾਉਂਦੇ ਜਪੋ, ਅਰਾਧੋ, ਮਾਲਕ ਦੇ ਗੁਣ ਗਾਵੋ, ਪਰਮਾਤਮਾ ਦੇ ਉਹਨੂੰ ਧਿਆਵੋ। ਇਹ ਸਾਨੂੰ ਵਾਰ ਵਾਰ ਫਿਰ ਸਿਮਰਨ ਕਰਨੀ ਕਹਿੰਦੇ। ਜਦੋਂ ਸਾਨੂੰ ਕਹਿੰਦੇ ਵੀ ਜਪੋ, ਜਪਣਾ ਕੀ ਹੈ? ਮਹਾਰਾਜ ਕਹਿੰਦੇ ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ। ਜਦੋਂ ਸਾਨੂੰ ਕਹਿੰਦੇ ਵੀ ਧਿਆਵੋ, ਚਾਹੇ ਸੱਚੇ ਪਾਤਸ਼ਾਹ ਕਹਿੰਦੇ ਕੋਈ ਪੜ੍ਹਿਆ ਲਿਖਿਆ ਚਾਹੇ ਅਨਪੜ੍ਹ, ਜਿਹੜਾ ਵੀ ਧਿਆਏਗਾ, ਜਿਹੜਾ ਸਿਮਰਨ ਕਰੇਗਾ ਉਹ ਮਾਲਕ ਨੂੰ ਮਿਲ ਸਕਦਾ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਇਸੇ ਨੂੰ ਹੀ ਗੁਣ ਗਾਉਣਾ ਕਹਿੰਦੇ ਵੀ ਤੁਸੀਂ ਸਿਮਰਨ ਕਿਉਂ ਨਹੀਂ ਕਰਦੇ? ਸਾਡੇ ਮਨ ਨੂੰ, ਸਾਰੇ ਅਸੀਂ ਮਾਲਕ ਦੇ ਬੱਚੇ ਹਾਂ, ਸਾਡੇ ਮਨਾਂ ਨੂੰ ਸੰਤ ਵੀ ਆਖਿਆ ਤੇ ਸਾਧੂ ਵੀ ਆਖਿਆ। ਤੇ ਮਹਾਰਾਜ ਕਹਿੰਦੇ ਸਾਧੂ ਗੋਬਿੰਦ ਕੀ ਗੁਣ ਗਾਵੋ, ਮਾਨਸ ਜਨਮ ਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਵੀ ਇਹ ਸਾਧੂ ਜਨੋਂ ਵੀ ਮਾਲਕ ਦੇ ਗੁਣ ਗਾਵੋ, ਉਹਦਾ ਸਿਮਰਨ ਕਰੋ।
ਤੁਹਾਨੂੰ ਇਹ ਜਿਹੜਾ ਜੀਵਨ ਮਿਲਿਆ ਪਦਾਰਥ ਦੇ ਰੂਪ ਦੇ ਵਿੱਚ, ਤੁਸੀਂ ਇਹਨੂੰ ਵਿਅਰਥ ਕਿਉਂ ਖਰਾਬ ਕਰਦੇ ਹੋ? ਕਿਉਂ ਨਹੀਂ ਮਾਲਕ ਦੇ ਗੁਣ ਗਾਉਂਦੇ? ਕਿਉਂ ਨਹੀਂ ਸਿਮਰਨ ਕਰਦੇ? ਸੋ ਜਾਣੀ ਦੀ ਸਾਨੂੰ ਵਾਰ-ਵਾਰ ਇਹੋ ਸਮਝਾਉਂਦੇ, ਇਹੋ ਬਚਨ ਕਰਦੇ ਵੀ ਸਿਮਰਨ ਕਰੋ। ਜਦੋਂ ਅਸੀਂ ਕਰਾਂਗੇ, ਉਹਨਾਂ ਦਾ ਬਚਨ ਮੰਨਾਂਗੇ, ਤੇ ਫਿਰ ਸਾਡੇ ਅੰਦਰ ਜੋ ਬਦਲਾਅ ਹੈ, ਫਿਰ ਉਹ ਬਦਲਾਅ ਆਏਗਾ। ਫਿਰ ਸਾਡਾ ਮਨ ਕਾਬਲ ਹੁੰਦਾ ਇਸ ਮਾਰਗ ਦੇ ਉੱਤੇ ਚੱਲਣ ਦੇ। ਆਓ ਹੁਣ ਜੋ ਸਾਨੂੰ ਬਚਨ ਕਰਦੇ ਸਤਿਗੁਰੂ ਸਿਮਰਨ ਕਰਨ ਨੂੰ ਕਹਿ ਰਹੇ, ਆਪਾਂ ਇਹਨਾਂ ਦਾ ਬਚਨ ਮੰਨੀਏ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
का खालसा वाहिगुरु जी की फतेह। इस तरीके नाल जदों आपां सिमरन अभ्यास करते हैं, मालक दे गुण गाउंदे हैं, ज्यों-ज्यों आपां रसना दोबारा ये मालक दे गुण गाउंदे हैं, सिमरन करते हैं, जो अपने मन के उत्ते मेरे विचारां दी मैल लगी होंदी, मेरे मैल उतर जाती। ज्यों-ज्यों गुण गावांगे तो आउंदियों औगुणां दी जिहड़ी मैल हुंदी ओह मैल उतरेगी। महाराज कहंदे रसना गुण गावे हर तेरे, मिटे कमाते औगण मेरे। भी ज्यों-ज्यों असीं मालक दे गुण गाउंदे आ ते उद्यों साडे मन तो मैल उतरदी जाती है। सो जो भी साडे मन ने पाप कीते जाने अणजाने विच चिरां दे, पिछले पुराने इस जन्म दे पिछलियां दे भी, महाराज कहंदे सारे कट्टे जांदे जदों असीं ये सिमरन अभ्यास करते हैं। इस लई फरमाउंदे हलत सुख पलत सुख सर्ब सुख सिमरनो, नाम गोबिंद का सदा लीजे, मिटे कमाने पाप चिराने, साध संगत मिल मूगा जीजे। बई जो साडे चिरां तो कीते हुए पाप वो भी मिट जाते जदों असीं ये सिमरन करांगे। हलत भी सुख पलत भी सुख, इस लोक च भी सुख परलोक च भी सुख। ये हुण सुख लैण दा आपां नूं सतगुरु तरीका दसदे, जदों असीं सिमरन करांगे तो मन नूं सुख मिलेगा। ये हुण अपने ते मनसर है भी असीं किन्ना क करदे, किन्ना क सानूं गुरु दे बचनां ते भरोसा है। जे तां सानूं भरोसा है असीं करांगे तो असीं सुखी हो जाएंगे। जदों सानूं भरोसा नहीं हुंदा, असीं करदे नहीं, फिर असीं सुख आपदी मत दुआरा लभदे भी सानूं सुख मिले बाहरों, संसार दे विचों, माया दे विचों। फिर असीं उधर नूं भजांगे भी इधरों सानूं सुख मिलेगा, तो उधरों सुख मिलता कोई नहीं। नाम तो बिना संसार दे विच कोई सुखी नहीं है, सब दुखी ही दुखी ने, सिर्फ भरम है। जीवन नूं इउं लगदा भी मैं दुखी हाँ दूजा सुखी होएगा, भी जिहड़ी चीज़ मेरे कोल नहीं मैं तां दुखी हाँ, जिहदे कोल हैगी वो सुखी है, तो दुखी सारे ही ने। इसलिए महाराज कहते डिठा सब संसार सुख ना नाम बिना, भी नाम तो बिना कोई सुखी नहीं, सब दुखी हुई नहीं, दुख दियां पंडां ही। जदों कोले जावांगे दुख ही दुख अंदरों निकलेगा। सो इसलिए कहते दुख दियां पंडां खुलियां सुख ना निकले कोई। मनमुख तो दुखों दियां पंडां ही बनी फिरदा है, सुख तो है ही नहीं। सो इस वास्ते फिर आपां नूं कहंदे भी सुख नाम दे विच, सुख मालक दी बंदगी विच। जे असीं मालक नूं चेते करांगे, सिमरन करांगे तो असीं सुखी होवांगे होवांगे। सतगुरु आपां नूं पूरा भरोसा दिवाउंदे, वो मोहर लाउंदे महाराज भी जे तुसीं करोगे तुहाडा कला कलेश मिटेगा ही मिटेगा, तुसीं सुखी होवोगे ही होवोगे। भी तुसीं करके तो देखो, करो तो सही। हुण जिहड़ा करेगा तो उहदा तो मिटेगा ही मिटेगा। महाराज कह रहे सिमरो सिमर सिमर सुख पावो, कल कलेश तन माही मिटावो। जे वो कह रहे तो मिटेगा ही मिटेगा। ये हो नहीं सकता भी सतगुरु कहण तो वो होवे ना, पर मिटदा साडा उदों नहीं जदों असीं करदे। जदों असीं नहीं करदे तां करके असीं दुखी हुंदे, जदों आपदी मत वरतदे हां तां दुखी हुंदे। इस वास्ते फिर आपां नूं समझाउंदे बई सुखी होण वास्ते असीं आपदी मत छड्ड देनी। मत छड्ड दांगे तो फिर कोई दुख नहीं, ये सुख ही सुख है। तो मत छड्डण वास्ते ये अभ्यास भी करना पैंदा, फिर ही छड्डी जांदी, नहीं छड्डी नहीं जाती। सो जानी दी आपां नूं सारा कुल मिला के महाराज समझाउंदे भी ये निचोड़ है बई सिमरन सानूं करना ही पैना, ये तो बिना साडे मन का छुटकारा होना नहीं है।
मारे कहते कहो नानक एहो तत्व विचारा, बिन हर भजन नाही छुटकारा। बई साडे मन का छुटकारा होना नहीं जद तक हरि का भजन नहीं करेगा, जद तक सिमर नहीं करेगा। तो इस वास्ते हुण अपने कोल मौका हुण कर लांगे तो चंगा है। तो इसलिए हुण ये आपां वध तों वध अभ्यास करना, गुरबाणी गुरु नूं जदों आपां पढ़दे हां विचारना, खोजना, ताकि जो गुरबाणी गुरु सानूं कह रहे सारी गुरबाणी च अमृत है। अमृत द्वारा साडा मन धोता जांदा है ते धोण तो बाद साडा मन फिर मैला ना होवे। ਉਹਦੇ वास्ते फिर जो ਆਪਾਂ ਨੂੰ ਰਹਿਤਾਂ ਦੱਸਦੇ ਉਹ ਰਹਿਤਾਂ ਰੱਖਣੀ, ਵੀ ਕਿਸੇ ਦੀ ਆਪਾਂ ਨਿੰਦਿਆ ਨਹੀਂ ਕਰਨੀ, ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ, ਈਰਖਾ ਨਫ਼ਰਤ ਨਹੀਂ ਕਰਨੀ, ਹਉਮੈ ਤੋਂ ਮਨ ਨੂੰ ਰਹਿਤ ਰੱਖਣਾ, ਲੋਕ ਲੱਜਾ ਤੋਂ ਉੱਪਰ ਉੱਠਣਾ, ਤੇ ਐਸੀ ਅਵਸਥਾ 'ਚ ਰਹਿਣਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਤੇ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਵੀ ਸਾਨੂੰ ਸਮਝਾਉਂਦੇ, ना हम चंगा आखीए बुरा ना दीसे कोई, नानक हौमे मारीए सच्चे जेहड़ा सोए। भी जिन्हों ने हौमे नूं खत्म कर लिया उन्हों के सच च कोई फर्क ही नहीं है, कोई अंतर नहीं रह जाता। तो इस वास्ते ऐसी वास्ते चलना बई असी बुरे हाँ होर कोई माड़ा नहीं है। तो वह अवस्था फिर ही आएगी जदों साडा मन निर्मल होएगा। जब निर्मल होएगा तो नमाना होएगा, तो फिर ही ऐसी अवस्था चाहता है। तो वो वास्ते फिर नाल आपां गुरु की मत मन नूं देनी, वध तों वध आप सत्संगत करनी है। ये जो बाकी सारा भेद आपां नूं गुरबाणी गुरु द्वारा दिता गुरमुख जनां ने। आईसा भाई सेवा सिंह जी धर्माला बई जो अपने जीवन का असल मकसद है परमात्मा निरंकार दे नाल प्रीत, मालक दे नाल साडा प्रेम पै जाए। तो जिन्हां दा फिर मालक दे नाल प्रेम है उन्हां लई फिर सारियां रुतां जिहड़ा सारा समा चंगा ही चंगा है। ताइयों महाराज कहंदे सभे रुती चंगियां जित सच्चे सिओ नेहो। जिन्हां दा सच नाल प्रेम है उन्हां लई सारियां रुतां गर्मी सर्दी सब चंगियां ही चंगियां। तो इस वास्ते हुण आपां भी कोशिश करनी भी अपनी भी मालक दे नाल प्रीत पै जे, प्रेम पै जे। सो इन्नियां बेनतियां इन्ने विचार करदिआं होइआं जे कोई ऐसा शब्द बोलिया गया होवे संगत अते सतगुरु बख्शण जोग ने बख्श लेना जी। वाहिगुरू जी का खालसा वाहिगुरू जी की फतेह। वाहिगुरू 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 वाहिगुरू
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ